ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਕਾਫੀ ਮਹੱਲਾ ਪਹਿਲਾ। ਘਰ ਅਠਵਾਂ। ਅਸ਼ਟਪਦੀਆਂ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਅੰਗ 418 ਤੇ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ, ਮੰਗਲ ਕਰਦੇ ਹਨ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਆਸਾ ਕਾਫੀ ਮਹੱਲਾ ਪਹਿਲਾ। ਆਸਾ ਰਾਗ ਦੀ ਕਾਫੀ ਇੱਕ ਰਾਗਨੀ, ਜੋ ਕਾਫੀ ਠਾਠ ਦੀ ਸੰਪੂਰਨ ਰਾਗਨੀ ਹੈ, ਜਿਸ ਦੇ ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ। ਮਹੱਲਾ ਪਹਿਲਾ। ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 8ਵੇਂ ਘਰ ਸੁਰਤਾਲ ਵਿੱਚ 8 ਪਦਾਂ ਵਾਲੇ ਸ਼ਬਦ ਉਚਾਰਨ ਕਰਦੇ ਹਨ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰ। ਜਿਸ ਪ੍ਰਕਾਰ ਗਊਆਂ ਦੇ ਚਰਾਂਦ ਵਾਲੇ ਥਾਂ ਵਿੱਚ ਗੋਇਲੀ ਗਵਾਲਾ ਥੋੜ੍ਹੇ ਸਮੇਂ ਲਈ ਹੀ ਆਪਣੇ ਪਸ਼ੂਆਂ ਨੂੰ ਚਾਰਨ ਲਈ ਜਾਂਦਾ ਹੈ, ਤਿਵੇਂ ਹੀ ਇਸ ਸੰਸਾਰਾ ਕੀ ਇਹ ਸ੍ਰਿਸ਼ਟੀ ਦੀ ਕਿਰਿਆ ਹੈ। ਜਿਵੇਂ ਕਿਸੇ ਇਲਾਕੇ ਵਿੱਚ ਬਰਸਾਤ ਨਾ ਪਵੇ ਤਾਂ ਉੱਥੋਂ ਦੇ ਲੋਕ ਔੜ ਲੱਗਣ 'ਤੇ ਕਈ ਵਾਰੀ ਆਪਣੀਆਂ ਗਊਆਂ ਆਦਿ ਨੂੰ ਚਾਰਨ ਵਾਸਤੇ ਗਵਾਲੇ ਦਰਿਆ ਦੇ ਕੰਢੇ 'ਤੇ ਚਲੇ ਜਾਂਦੇ ਹਨ। ਜਿੰਨਾ ਚਿਰ ਵਰਖਾ ਨਹੀਂ ਹੁੰਦੀ, ਉਹ ਗਊਆਂ ਨੂੰ ਦਰਿਆਵਾਂ ਕਿਨਾਰੇ ਘਾਹ ਆਦਿ ਚਾਰਦੇ ਹਨ। ਜੇਕਰ ਉੱਥੇ ਮੇਰ ਕਰਕੇ ਬੈਠ ਜਾਣ ਤਾਂ ਉਹਨਾਂ ਨੂੰ ਉੱਥੇ ਕੌਣ ਰਹਿਣ ਦੇਵੇਗਾ। ਇੱਕ ਦਿਨ ਤਾਂ ਉੱਥੋਂ ਜਾਣਾ ਹੀ ਪਵੇਗਾ। ਇਸੇ ਪ੍ਰਕਾਰ ਸਤਿਗੁਰੂ ਫਰਮਾਉਂਦੇ, ਸੂਖਮ ਸਥੂਲ ਕਾਰਨ ਇਹ ਸਰੀਰ ਗੋਇਲ ਗਊਆਂ ਦੀ ਨਿਆਈ ਹੈ, ਤੇ ਗੋਇਲੀ ਕਹੀਏ ਗਵਾਲੀਆਂ ਦੀ ਨਿਆਈ ਜੀਵ ਆਤਮਾ ਹੈ। ਜਿਵੇਂ ਗਊਆਂ ਨੂੰ ਦਰਿਆਵਾਂ ਦੇ ਕਿਨਾਰੇ 'ਤੇ ਲਿਜਾਇਆ ਜਾਂਦਾ ਹੈ, ਇਸੇ ਤਰ੍ਹਾਂ ਇਹ ਦੇਹਾਂ ਰੂਪੀ ਗਊਆਂ ਨੂੰ ਲੈ ਕੇ ਜੀਵ ਸੰਸਾਰ ਵਿੱਚ ਆਏ ਹਨ। ਕੂੜ ਕਮਾਵੈ ਹੈ ਆਦਮੀ, ਬੰਦ ਹੈ ਘਰ ਬਾਰਾ। ਪਰ ਇੱਥੇ ਆ ਕੇ ਆਦਮੀ ਮਨੁੱਖ ਕੂੜ ਝੂਠੇ ਧੰਦਿਆਂ ਦੀ ਕਮਾਈ ਕਮਾਉਂਦੇ ਹਨ ਅਤੇ ਸੁੰਦਰ ਘਰ ਅਤੇ 12 ਦਰਵਾਜ਼ਿਆਂ ਵਿੱਚ ਬੱਝੇ ਰਹਿੰਦੇ ਆ। ਘਰ ਵਿੱਚ 12 ਇਸਤਰੀ ਦੇ ਮੋਹ ਵਿੱਚ ਹੀ ਬੱਝੇ ਰਹਿੰਦੇ ਹਨ। ਇਹਨਾਂ ਨੂੰ ਘਰ, ਸਰੀਰ 12 ਇੰਦਰੀਆਂ ਦੇ ਵਿਸ਼ਿਆਂ ਵਿੱਚ ਬੰਨਿਆ ਹੋਇਆ ਜਾਣ ਕਰਕੇ ਜਮਦੂਤ ਪਰਲੋਕ ਨੂੰ ਲੈ ਜਾਂਦੇ ਹਨ। ਭਾਵ ਆਦਮ ਦੀ ਔਲਾਦ ਹੋਣੇ ਕਰਕੇ ਤਾਂ ਆਦਮੀ ਕਹਿੰਦੇ ਹਨ। ਭਾਵ ਜੇਕਰ ਦਮ ਆਇਆ ਤਾਂ ਆਦਮੀ ਹੈ, ਨਹੀਂ ਤਾਂ ਚੱਕ ਲੋ ਹੋ ਜਾਂਦੀ ਹੈ, ਭਾਵ ਮੁਰਦਾ ਹੈ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨ ਜਾਣਾ। ਜਾਗੋ ਜਾਗੋ ਸੂਤੇ ਹੋ, ਚੱਲੇ ਆਵਣ ਜਾਰਾ ਰਹਾਓ। ਹੇ ਮਾਇਆ ਦੀ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਅਗਿਆਨੀਓ ਜੀਵੋ, ਗਿਆਨ ਅਵਸਥਾ ਗਿਆਨ ਰੂਪ ਨੇਤਰ ਖੋਲ੍ਹ ਕੇ ਜਾਗਣ ਵਾਲੇ ਹੋ ਕੇ ਜਾਗ ਪੈਣਾ ਕਰੋ। ਹੇ ਅਵਿਦਿਆ ਰੂਪੀ ਨੀਂਦ ਵਿੱਚ ਸੁੱਤੇ ਹੋਏ ਜੀਵੋ, ਜਿਹੜੇ ਮਹਾਂਪੁਰਸ਼ ਗਿਆਨ ਅਵਸਥਾ ਵਿੱਚ ਜਾਗਣੇ ਵਾਲੇ ਹਨ, ਉਹਨਾਂ ਨਾਲ ਮਿਲ ਕੇ ਗਿਆਨ ਅਵਸਥਾ ਵਿੱਚ ਜਾਗਣਾ ਕਰੋ। ਇਹ ਜੀਵ ਰੂਪੀ ਵਣਜਾਰਾ ਸੰਸਾਰ ਤੋਂ ਸ਼ੁਭ ਅਸ਼ੁਭ ਕਰਮਾਂ ਰੂਪੀ ਵਣਜ ਕਰਕੇ ਹੁਣ ਤੁਰ ਚੱਲਿਆ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਨੀਤ ਨੀਤ ਘਰ ਬਾਂਧੀਆ ਹੈ, ਜੇ ਰਹਿਣਾ ਹੋਈ। ਜੇਕਰ ਨਿਤਾ ਪ੍ਰਤੀ ਸਦਾ ਸਥਿਤ ਰਹਿਣਾ ਹੋਵੇ ਤਾਂ ਘਰ ਨਾਲ ਮੋਹ ਬੰਨੀਏ। ਨਿਤਾ ਪ੍ਰਤੀ ਜੇਕਰ ਰਹਿਣਾ ਹੋਵੇ ਤਾਂ ਨਿਤ ਘਰ ਬੰਨਣਾ ਕਰੀਏ, ਪਰੰਤੂ ਇੱਥੇ ਕਿਸੇ ਨੇ ਰਹਿਣਾ ਤਾਂ ਹੈ ਨਹੀਂ। ਪਿੰਡ ਪਵੈ ਜੀਉ ਚੱਲਸੀ, ਜੇ ਜਾਣੈ ਕੋਈ। ਹਾਂ, ਅੰਤ ਨੂੰ ਇਹ ਪਿੰਡ ਸਰੀਰ ਇੱਥੇ ਹੀ ਪਵੈ ਪੈ ਜਾਏਗਾ, ਭਾਵ ਸਵਾਸ ਪੂਰੇ ਹੋਣ 'ਤੇ ਡਿੱਗ ਪਵੇਗਾ ਅਤੇ ਇਸ ਵਿੱਚੋਂ ਜੀਵ ਆਤਮਾ ਨਿਕਲ ਕੇ ਪਰਲੋਕ ਨੂੰ ਚੱਲਸੀ ਚਲਿਆ ਜਾਵੇਗਾ। ਜੇਕਰ ਕੋਈ ਪ੍ਰੇਮੀ ਜਨ ਇਸ ਗੱਲ ਨੂੰ ਜਾਣ ਲਵੇ,
ਉਹ ਵੈਰਾਗ ਧਾਰਨ ਕਰਕੇ ਸੰਸਾਰ ਸਮੁੰਦਰ ਤੋਂ ਤਰਦਾ ਹੈ। ਜਿਸ ਵੇਲੇ ਕੋਈ ਮਰ ਜਾਵੇ ਤਾਂ ਮਾਈਆਂ ਬੀਬੀਆਂ ਸਿਆਪਾ ਕਰਦੀਆਂ, ਹਾਏ ਹਾਏ ਕਰਦੀਆਂ ਹਨ। ਇਸੇ ਗੱਲ ਦੇ ਸਿਧਾਂਤ ਨੂੰ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ। ਉਹੀ ਕਿਆ ਕਰੋ ਹੈ ਹੋਸੀ ਸੋਈ। ਹੇ ਭਾਈ, ਤੁਸੀਂ ਓਏ ਓਏ ਜਾਂ ਹਾਏ ਹਾਏ ਕਿਉਂ ਕਰਦੀਆਂ ਹੋ? ਜਿਸ ਜੀਵ ਨੂੰ ਮੋਇਆ ਜਾਣ ਕੇ ਸਿਆਪਾ ਕਰਦੇ ਹੋ, ਉਹ ਹੁਣ ਵੀ ਹੈ, ਅੱਗੋਂ ਨੂੰ ਵੀ ਹੋਵੇਗਾ। ਕਿਉਂਕਿ ਜੀਵਾਤਮਾ ਬ੍ਰਹਮ ਦੀ ਅੰਸ਼ ਹੋਣ ਕਰਕੇ ਮਰਦਾ ਨਹੀਂ, ਪਰ ਇਸ ਸਰੀਰ ਨੇ ਇੱਜ਼ਤ ਨਹੀਂ ਰਹਿਣਾ। ਸੋਈ ਕਹੀਏ ਉਸ ਪਰਮੇਸ਼ਰ, ਉਹ ਪਰਮੇਸ਼ਰ ਹੁਣ ਵੀ ਆ ਤੇ ਅੱਗੇ ਨੂੰ ਵੀ ਸੱਚ ਸਰੂਪ ਹੋਸੀ ਕਹੀਏ ਹੋਵੇਗਾ। ਜੈਸਾ ਕਿ ਅਸੀਂ ਪਾਠ ਰੋਜ਼ ਪੜ੍ਹਦੇ ਹਾਂ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੁਮ ਰੋਵੋਗੇ ਉਸ ਨੂੰ, ਤੁਮ ਕਹੋ ਕੌਣ ਰੋਈ। ਹੇ ਭਾਈ, ਤੁਸੀਂ ਉਸ ਬੰਦੇ ਨੂੰ ਯਾਦ ਕਰ ਕਰਕੇ ਰੋਵੋਗੇ ਜੋ ਮਰ ਗਿਆ ਹੈ। ਜਦੋਂ ਸਾਰੇ ਹੀ ਮਰ ਗਏ ਤਾਂ ਤੁਹਾਡੇ ਤਾਈਂ ਕੌਣ ਰੋਵੇਗਾ? ਭਾਵ ਜਦੋਂ ਕੋਈ ਨਾ ਰਿਹਾ ਤਾਂ ਰੋਵੇਗਾ ਕੌਣ? ਜਿਹੜਾ ਰੋਣਾ ਸਿਆਪੇ ਕਰਨੇ ਜੰਮ ਦੇ ਅੱਗੇ ਕਵਾਇਦ ਕਰਨੀ ਹੈ। ਜੋ ਕਿਸੇ ਦੇ ਮਰੇ ਤੋਂ ਇੱਕ ਇੱਕ ਹੰਝੂ ਸੁੱਟਣਾ ਹੈ, ਉਹ ਇੱਕ ਇੱਕ ਹੰਝੂ ਸਮੁੰਦਰ ਦੀ ਨਿਆਈ ਉਸ ਰੂਹ ਨੂੰ ਜਲਦੀ ਜਲ ਹੀ ਜਲ, ਭਾਵ ਸਮੁੰਦਰ ਹੀ ਸਮੁੰਦਰ ਦਿਸਣ ਲੱਗ ਜਾਂਦਾ। ਇਸੇ ਕਰਕੇ ਰੱਬੀ ਭਾਣਾ ਮੰਨਣਾ ਚਾਹੀਦਾ। ਧੰਦਾ ਪਿਟੇ ਹੋ ਭਾਈ ਹੋ, ਤੁਮ ਕੂੜ ਕਮਾਵੋ ਹੋ। ਪਾਤਸ਼ਾਹ ਫਰਮਾਉਂਦੇ, ਹੈ ਭਾਈ ਭਰਾਵੋ, ਤੁਸੀਂ ਤਾਂ ਧੰਦਾ ਕਾਰੋ ਵਿਹਾਰਾਂ ਨੂੰ ਹੀ ਪਿੱਟਦੇ ਹੋ। ਸਿਆਣੇ ਕਹਿੰਦੇ ਕੰਮ ਨੂੰ ਪਿੱਟਦੇ ਹਨ, ਚੰਮ ਨੂੰ ਕੌਣ ਪਿੱਟਦਾ ਹੈ? ਇਹ ਸਭ ਤੁਸੀਂ ਕੂੜ ਝੂਠ ਹੀ ਕਮਾਉਂਦੇ ਹੋ। ਉਹ ਨ ਸੁਣਈ ਕਤ ਹੀ ਤੁਮ ਲੋਕ ਸੁਣਾਵੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਕਿ ਮਰਨ ਵਾਲਾ ਤਾਂ ਵਾਸ਼ਨਾ ਵਿੱਚ ਬੱਧਾ ਆਇਆ, ਪਤਾ ਨਹੀਂ ਕਿਹੜੀ ਜੂਨ ਵਿੱਚ ਜਾ ਪਿਆ। ਉਹ ਤਾਂ ਕਤ ਕਿਸੇ ਪ੍ਰਕਾਰ ਕਿਸੇ ਤਰ੍ਹਾਂ ਵੀ ਸੁਣਦਾ ਹੀ ਨਹੀਂ ਹੈ। ਤੁਸੀਂ ਤਾਂ ਐਵੇਂ ਹੀ ਲੋਕਾਂ ਨੂੰ ਰੋਣਾ ਪਿੱਟਣਾ ਸੁਣਾ ਰਹੇ ਹੋ। ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ। ਹਾਂ, ਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਵਾਹਿਗੁਰੂ ਤੋਂ ਅਗਿਆਨ ਕਰਕੇ ਜੀਵ ਮੋਹ ਦੀ ਨੀਂਦ ਵਿੱਚ ਜਨਮਾਂ ਜਨਮਾਤਰਾਂ ਦਾ ਸੁੱਤਾ ਆ ਰਿਹਾ, ਗੁਰਾਂ ਦੁਆਰਾ ਗਿਆਨ ਦੀ ਪ੍ਰਾਪਤੀ ਹੋਵੇ ਤਾਂ ਹੀ ਉਹ ਪਰਮੇਸ਼ਰ ਗਿਆਨ ਅਵਸਥਾ ਜਾਗਾਏ ਜਗਾਉਂਦਾ ਹੈ। ਜੇ ਘਰ ਬੂਝੈ ਆਪਣਾ ਤਾਂ ਨੀਂਦ ਨਾ ਹੋਈ। ਜੇਕਰ ਇਹ ਜੀਵ ਪਰਲੋਕ ਨੂੰ ਆਪਣਾ ਘਰ ਬੂਝੈ ਸਮਝ ਲਵੇ, ਜੇਕਰ ਇਹ ਜੀਵ ਗੁਰਾਂ ਦੁਆਰਾ ਆਪਣੇ ਸਰੂਪ ਰੂਪੀ ਘਰ ਤੁਰਿਆ ਪਦ ਰੂਪੀ ਘਰ ਨੂੰ ਬੂਝੈ ਸਮਝ ਲਵੇ, ਤਾਂ ਫਿਰ ਉਸ ਨੂੰ ਅਵਿਦਿਆ ਰੂਪੀ ਮੌਤ ਰੂਪੀ ਨੀਂਦ ਕਦਾਚਿਤ ਵੀ ਨਹੀਂ ਹੋਵੇਗੀ। ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ। ਜੇਕਰ ਕੁਝ ਵੀ ਵਿਭੂਤੀ ਹਾਥੀ ਘੋੜੇ ਆਦਿਕ ਨੂੰ ਸਾਥ ਲੈ ਕੇ ਨਾਲ ਲੈ ਕੇ ਸੰਸਾਰ ਤੋਂ ਚੱਲਦਾ ਹੋਇਆ ਲੈ ਕੇ ਚਲਿਆ ਹੋਵੇ, ਤਾਂ ਧਨ ਸੰਚੋ ਦੇਖ ਕੇ ਬੁੱਝੋ ਵਿਚਾਰੇ। ਹਾਂ ਭਾਈ, ਤਾਂ ਫਿਰ ਉਸ ਨੂੰ ਵੇਖ ਕੇ ਤੁਸੀਂ ਵੀ ਧਨ ਦੌਲਤ ਨੂੰ ਇਕੱਤਰ ਕਰਨਾ ਕਰੋ। ਜੇਕਰ ਕਿਸੇ ਨੇ ਨਾਲ ਖੜਿਆ, ਜਰਾ ਇਸ ਗੱਲ ਦੀ ਵਿਚਾਰ ਬੁੱਝੋ, ਸਮਝ ਲਵੋ ਕਿ ਜਦੋਂ ਮਰਨ ਵਾਲਾ ਕੁਝ ਨਾਲ ਨਹੀਂ ਲੈ ਕੇ ਗਿਆ ਤਾਂ ਤੁਸੀਂ ਕੀ ਲੈ ਕੇ ਜਾਓਗੇ। ਵਣਜ ਕਰੋ ਮਕਸੂਦ ਲੈ ਹੋ, ਮਤ ਪਛੋਤਾਵੋ। ਹੇ ਭਾਈ, ਇਹੋ ਜਿਹਾ ਵਣਜ ਵਪਾਰ ਕਰੋ ਜਿਸ ਕਰਕੇ ਪਰਲੋਕ ਵਿੱਚ ਮਕਸੂਦ ਕਹੀਏ ਲਾਭ ਲੈਣਾ ਕਰੋਗੇ। ਫਿਰ ਮਤ ਕਦਾਚਿਤ ਵੀ ਮਤਾਂ ਪਛੋਤਾਵੋ, ਪਛਤਾਵੋ, ਭਾਵ ਪਛਤਾਉਣਾ ਨਹੀਂ ਪਵੇਗਾ। ਔਗਣ ਛੋਡੋ ਗੁਣ ਕਰੋ ਐਸੇ ਤਤ ਪਰਾਵੋ। ਚੋਰੀ ਜਾਰੀ ਵਿਭਚਾਰੀ ਆਦਿ ਗੁਨਾਹਾਂ ਵਾਲੇ ਸੁਭਾਅ ਨੂੰ ਤਿਆਗ ਕੇ ਸਤ ਸੰਤੋਖ ਦਇਆ ਧਰਮ ਆਦਿ ਸ਼ੁਭ ਗੁਣਾਂ ਨੂੰ ਧਾਰਨ ਕਰੋ। ਇਸ ਤਰ੍ਹਾਂ ਸਿਧਾਂਤ ਨੂੰ ਪ੍ਰਾਪਤ ਕਰੋਗੇ। ਇਸ ਤਰ੍ਹਾਂ ਤਤ ਪਰਾਵੋ, ਤਤ ਪਰਾਇਨ ਤਤਪਰ ਹੋਵੇ। ਧਰਮ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਵੋ।
ਗੁਰਾਂ ਦਾ ਦਿੱਤਾ ਧਰਮ ਚਿੱਤ ਵਿੱਚ ਧਾਰਨ ਕਰਨ ਰੂਪੀ ਭੂਮੀ ਧਰਤੀ ਬਣਾਓ ਤੇ ਸੱਚੀ ਵਿਚਾਰ ਦਾ ਸੱਚ ਰੂਪੀ ਬੀਜ ਪਾਉਣਾ ਕਰੋ। ਆਪਣੀ ਬੁੱਧ ਰੂਪ ਧਰਤੀ ਵਿੱਚ ਗੁਰਾਂ ਦਾ ਦਿੱਤਾ ਧਰਮ ਧਾਰਨ ਕਰਕੇ ਸੱਚ ਬੋਲਣ ਸਤ ਨਾਮ ਰੂਪੀ ਬੀਜ ਪਾਉਣਾ ਕਰੋ। ਇਹੋ ਜਿਹੀ ਖੇਤੀ ਕਮਾਉਣਾ ਕਰੋ। ਤਾਂ ਵਾਪਾਰੀ ਜਾਣੀਓ ਲਾਹਾ ਲੈ ਜਾਵੋ। ਤਾਂ ਕਹੀਏ ਤਦ ਤੁਸੀਂ ਵਾਪਾਰੀ ਵਣਜ ਕਰਨ ਵਾਲੇ ਜਾਣੇ ਜਾਵੋਗੇ ਅਤੇ ਭਗਤੀ ਪ੍ਰੇਮ ਦਾ ਲਾਭ ਲੈ ਕੇ ਪਰਲੋਕ ਨੂੰ ਜਾਵੋਗੇ। ਕਰਮ ਹੋਵੈ ਸਤਿਗੁਰ ਮਿਲੈ ਬੂਝੈ ਵਿਚਾਰਾ। ਜੇਕਰ ਪੂਰਬਲੇ ਨਿਸ਼ਕਾਮ ਕਰਮ ਹੋਣ ਤਾਂ ਪਰਮੇਸ਼ਰ ਦੀ ਕਰਮ ਬਖਸ਼ਿਸ਼ ਕਰਕੇ ਪੂਰੇ ਸਤਿਗੁਰੂ ਜੀ ਮਿਲਦੇ ਹਨ ਅਤੇ ਸਤਿਗੁਰਾਂ ਦੇ ਮਿਲਾਪ ਕਰਕੇ ਸਤ ਤੇ ਅਸਤ ਦਾ ਵਿਚਾਰ ਬੂਝੈ ਕਹੀਏ ਸਮਝੀਦਾ ਹੈ। ਨਾਮ ਵਖਾਣੈ ਸੁਣੇ ਨਾਮ ਨਾਮੇ ਬਿਵਹਾਰਾ। ਗੁਰਾਂ ਪਾਸੋਂ ਨਾਮ ਨੂੰ ਸੁਣੇ ਸਰਵਣ ਕਰਕੇ ਨਾਮ ਦਾ ਹੀ ਵਖਾਣੈ ਕਥਨ ਕਰੇ ਤੇ ਨਾਮ ਦਾ ਹੀ ਜਪਣ ਜਪਾਉਣ ਰੂਪ ਬਿਵਹਾਰਾ ਕਹੀਏ ਵਪਾਰ ਕਰੇ। ਜਿਉ ਲਾਹਾ ਟੋਟਾ ਤਿਵੈ ਵਾਟ ਚਲਦੀ ਆਈ। ਜਿਵੇਂ ਸੰਸਾਰ ਵਿੱਚ ਨਾਮ ਜਪਣ ਕਰਕੇ ਮੁਕਤੀ ਦਾ ਲਾਭ ਹੈ, ਉਸੇ ਪ੍ਰਕਾਰ ਵਿਸ਼ੇ ਭੋਗਣ ਕਰਕੇ ਮਾਇਆ ਦੇ ਮੋਹ ਕਰਕੇ ਟੋਟਾ ਘਾਟਾ ਹੈ। ਇਹ ਵਾਟ ਰਸਤਾ ਤਾਂ ਦੁਨੀਆ ਵਿੱਚ ਚੱਲਦਾ ਹੀ ਆਉਂਦਾ ਹੈ, ਵਾਟ ਪਗਡੰਡੀ ਚੱਲਦੀ ਆਉਂਦੀ ਹੈ। ਜੋ ਤਿਸ ਭਾਵੈ ਨਾਨਕਾ ਸਾਈ ਵਡਿਆਈ। ਗੁਰੂ ਜੀ ਕਥਨ ਕਰਦੇ ਹਨ ਕਿ ਜੋ ਜਿਹੜਾ ਜੀਵ ਉਸ ਵਾਹਿਗੁਰੂ ਨੂੰ ਭਾਉਂਦਾ ਹੈ, ਉਸ ਨੂੰ ਨਾਮ ਦੀ ਵਡਿਆਈ ਮਹਿਮਾ ਬਖਸ਼ ਦਿੰਦਾ, ਉਸ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਰੂਪ ਵਡਿਆਈ ਬਖਸ਼ ਦਿੰਦਾ ਹੈ। ਆਸਾ ਮਹੱਲਾ ਪਹਿਲਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਵੀ ਦੇ ਕਿਨਾਰੇ ਬਿਰਾਜਮਾਨ ਸਨ, ਜਿੱਥੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਤਖਤ ਬਖਸ਼ਿਆ। ਸਤਿਗੁਰਾਂ ਪਾਸ ਲੰਮੇ ਦੇਸ਼ ਆਦਿਕ ਅਨੇਕਾਂ ਥਾਵਾਂ ਤੋਂ ਹਰ ਰੋਜ਼ ਸੰਗਤਾਂ ਆਉਂਦੀਆਂ ਤੇ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਤਾਂ ਸਤਿਗੁਰੂ ਜੀ ਕਿਰਪਾ ਕਰਕੇ ਉੱਤਰ ਬਖਸ਼ ਦਿੰਦੇ ਸਨ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਪਾਸ ਲੰਮੇ ਦੇਸ਼ ਦੇ ਸਿੱਖ ਵੱਲੋਂ ਜੋ ਬੇਨਤੀ ਪੂਰਵਕ ਬਚਨ ਕਹੇ, ਉਹ ਸਤਿਗੁਰੂ ਜੀ ਕਥਨ ਕਰਦੇ ਹਨ। ਚਾਰੇ ਕੁੰਡਾਂ ਢੂਡੀਆ ਕੋ ਨੀਮੀ ਮੈਡਾ। ਮੈਂ ਚਾਰੇ ਕੁੰਟਾਂ ਉੱਤਰ ਦੱਖਣ ਪੂਰਬ ਪੱਛਮ ਢੂਡੀਆ ਕਹੀਏ ਖੋਜੀਆਂ ਭਾਵ ਲੱਭਣਾ ਕੀਤੀਆਂ ਹਨ। ਤੇਰੇ ਬਿਨਾ ਮੈਡਾ ਮੇਰਾ ਕੋਈ ਵੀ ਆਸਰਾ ਨੀਮੀ ਕਹੀਏ ਨਹੀਂ ਹੈ। ਜੇ ਤੁਧ ਭਾਵੈ ਸਾਹਿਬਾ ਤੂੰ ਮੈਂ ਹਉ ਤੈਡਾ। ਹੇ ਸਾਹਿਬਾ ਮਾਲਕ ਅਕਾਲ ਪੁਰਖ ਦਾ ਸਰੂਪ ਸਤਿਗੁਰੂ ਜੀ, ਜੇਕਰ ਤੈਨੂੰ ਮੇਰਾ ਪ੍ਰੇਮ ਦਾਸਾ ਭਾਵ ਭਾ ਜਾਵੇ ਤਾਂ ਤੂੰ ਮੇਰਾ ਮਾਲਕ ਹੈ, ਮੈਂ ਤੈਡਾ ਕਹੀਏ ਤੇਰਾ ਸੇਵਕ ਹਾਂ। ਦਰ ਬੀਬਾ ਮੈਂ ਨੀਮ ਕੋ ਕਹਿ ਕਰੀ ਸਲਾਮ। ਹੇ ਅੰਤਰਜਾਮੀ ਹੋਰ ਕੋਈ ਵੀ ਬੀਬਾ ਦੂਸਰਾ ਦਰ ਮੇਰੇ ਤਾਈਂ ਨੀਮ ਨਹੀਂ ਹੈ, ਫਿਰ ਹੋਰ ਕਿਸ ਦੇ ਅੱਗੇ ਜਾ ਕੇ ਸਲਾਮ ਕਹੀਏ ਨਮਸਕਾਰ ਕਰਾਂ। ਹਿੱਕੋ ਮੈਡਾ ਤੂੰ ਧਣੀ ਸਾਚਾ ਮੁਖ ਨਾਮ ਰਹਾਉ। ਹੇ ਮਹਾਰਾਜ ਮੇਰਾ ਤਾਂ ਇੱਕੋ ਤੂੰ ਹੀ ਧਣੀ ਮਾਲਕ ਹੈ ਅਤੇ ਆਪ ਜੀ ਦਾ ਸੱਚਾ ਨਾਮ ਹੀ ਮੇਰੇ ਮੂੰਹ ਵਿੱਚ ਭਾਵ ਹਿਰਦੇ ਵਿੱਚ ਵਸਿਆ ਰਹੇ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸਿੱਧਾ ਸੇਵਨ ਸਿੱਧ ਪੀਰ ਮਾਗਹਿ ਰਿੱਧ ਸਿੱਧ। ਭਾਵੇਂ ਅਨੇਕਾਂ ਲੋਕ ਸਿੱਧਾ ਕਹੀਏ ਸਿੱਧੀਆਂ ਵਾਸਤੇ ਸਿੱਧਾਂ ਤੇ ਪੀਰਾਂ ਦਾ ਪੂਜਨ ਕਰਦੇ ਹਨ। ਮੁਸਲਮਾਨਾਂ ਦੇ ਪੀਰ ਹੁੰਦੇ ਹਨ ਤੇ ਹਿੰਦੂਆਂ ਦੇ ਸਿੱਧ ਹੁੰਦੇ ਹਨ ਅਤੇ ਰਿੱਧ ਰਿੱਧੀਆਂ ਸਿੱਧ ਸਿੱਧੀਆਂ ਮੰਗਦੇ ਹਨ। ਮੈਂ ਇੱਕ ਨਾਮ ਨ ਵੀਸਰੈ ਸਾਚੇ ਗੁਰ ਬੁੱਧ। ਪਰ ਹੇ ਮਹਾਰਾਜ ਮੈਨੂੰ ਤਾਂ ਇੱਕ ਆਪ ਜੀ ਦਾ ਵਾਹਿਗੁਰੂ ਨਾਮ ਨਾ ਵੀਸਰੈ ਭੁੱਲੇ। ਹੇ ਸੱਚੇ ਗੁਰੂ ਇਹੋ ਹੀ ਬੁੱਧ ਮਤ ਦੇਣਾ ਕਰੋ। ਜੋਗੀ ਭੋਗੀ ਕਾਪੜੀ ਕਿਆ ਭਵਹਿ ਦਸੰਤਰ। ਗੋਰਖ ਮਤ ਦੇ ਆਸਰੇ ਰਹਿਣ ਵਾਲੇ ਜੋਗੀ ਜਨ, ਭੋਗਾਂ ਨੂੰ ਭੋਗਣ ਵਾਲੇ ਲੋਕ, ਕਾਪੜੀ ਚੀਥੜੇ ਧਾਰੀ, ਲੀਰਾਂ ਦੀ ਗੋਦੜੀ ਪਹਿਰਨ ਵਾਲੇ,
ਕਿਆ ਕਹੀਏ ਕੀ ਦਸੰਤਰ ਦਿਸ਼ਾਵਾਂ ਦੇ ਅੰਦਰ ਭਰਮਦੇ ਫਿਰਦੇ ਹਨ, ਭਾਵ ਵਿਅਰਥ ਫਿਰਦੇ ਹਨ। ਕੇਦਾਰਨਾਥ ਉੱਤੇ ਜਾਣ ਵਾਲੇ ਕਾਪੜੀਆ ਭੇਖ ਸਾਰੇ ਕੱਪੜੇ ਭਗਵੇਂ ਰੰਗ ਦੇ ਪਾਏ ਹੁੰਦੇ, ਹੱਥਾਂ ਵਿੱਚ ਦਸਤਾਨੇ, ਪੈਰਾਂ ਵਿੱਚ ਜਰਾਬਾਂ ਅਤੇ ਅੱਖਾਂ ਅੱਗੇ ਜਾਲੀ ਲਾਈ ਹੁੰਦੀ ਆ, ਭਾਵ ਸਾਰਾ ਸਰੀਰ ਢੱਕਿਆ ਹੁੰਦਾ। ਉਸ ਨੂੰ ਕਾਪੜੀ ਭੇਖ ਕਹਿੰਦੇ ਹਨ। ਸੋ ਜਿਸ ਵਕਤ ਕੇਦਾਰਨਾਥ ਵਿੱਚ ਸ਼ਿਵ ਜੀ ਦੀ ਤਪੱਸਿਆ ਕਰਕੇ ਭਸਮਾਸੁਰ ਦੈਂਤ, ਜਿਸ ਦਾ ਦੂਜਾ ਨਾਮ ਵਰਿਕ ਹੈ, ਉਸ ਨੂੰ ਵਰ ਵਿੱਚ ਇੱਕ ਕੜਾ ਦਿੱਤਾ ਕਿ ਜਿਸ ਦੇ ਵੀ ਤੂੰ ਸਿਰ ਤੇ ਹੱਥ ਰੱਖੇਗਾ ਉਹ ਭਸਮ ਹੋ ਜਾਵੇਗਾ। ਜਦੋਂ ਭਸਮਾਸੁਰ ਦੈਂਤ ਨੇ ਪਾਰਬਤੀ ਨੂੰ ਵੇਖਿਆ ਤਾਂ ਪਾਰਬਤੀ ਤੇ ਮੋਹਿਤ ਹੋ ਗਿਆ ਅਤੇ ਹਿਰਦੇ ਵਿੱਚ ਇਹ ਸੋਚਿਆ ਕਿ ਮੈਂ ਸ਼ਿਵ ਦੇ ਸਿਰ ਉੱਤੇ ਹੱਥ ਰੱਖਾਂਗਾ ਅਤੇ ਛਿਣ ਵਿੱਚ ਉਸ ਨੂੰ ਭਸਮ ਕਰ ਦਿਆਂਗਾ। ਚਿੱਤ ਵਿੱਚ ਇਹੀ ਵਿਚਾਰ ਲੈ ਕੇ ਤੁਰ ਪਿਆ ਅਤੇ ਮਹਾਰੁਦਰ ਸ਼ਿਵ ਦਾ ਵੱਧ ਕਰਨ ਲਈ ਆਇਆ। ਜਦੋਂ ਸ਼ਿਵ ਜੀ ਨੇ ਵੇਖਿਆ ਤਾਂ ਆਪਣੀ ਇਸਤਰੀ ਨੂੰ ਨਾਲ ਲੈ ਕੇ ਭੱਜ ਪਿਆ। ਸ਼ਿਵ ਜੀ ਨੂੰ ਭੱਜਦਿਆਂ ਵੇਖ ਦੈਂਤ ਵੀ ਪਿੱਛੇ ਭੱਜ ਪਿਆ। ਦੱਖਣ ਤੇ ਪੂਰਬ ਵੱਲ ਸ਼ਿਵ ਜੀ ਭਜਾਇਆ, ਫਿਰ ਪੱਛਮ ਵੱਲ ਸ਼ਿਵ ਜੀ ਗਿਆ। ਦੈਂਤ ਪਿੱਛੇ ਪਿੱਛੇ ਦੌੜਿਆ ਗਿਆ, 3 ਦਿਸ਼ਾਵਾਂ ਵਿੱਚ ਭਰਮਦਾ ਰਿਹਾ, ਪਰ ਕਿਤੇ ਵੀ ਟਿਕਾਣਾ ਨਾ ਮਿਲਿਆ। ਅਖੀਰ ਫਿਰ ਉੱਤਰ ਦਿਸ਼ਾ ਵੱਲ ਭੱਜਿਆ। ਜੋ ਪ੍ਰਭੂ ਕਰੇਗਾ ਹੁਣ ਉਹੀ ਹੋਵੇਗਾ। ਜਦੋਂ ਸ਼ਿਵ ਜੀ ਉੱਤਰ ਦਿਸ਼ਾ ਵੱਲ ਗਿਆ ਤਾਂ ਭਸਮਾਸੁਰ ਦੈਂਤ ਵੀ ਪਿੱਛੇ ਹੀ ਭੱਜਿਆ ਅਤੇ ਕਹਿਣ ਲੱਗਾ ਕਿ ਮੈਂ ਇਸ ਨੂੰ ਭਸਮ ਕਰ ਦਿਆਂਗਾ ਅਤੇ ਪਾਰਬਤੀ ਨੂੰ ਖੋਹ ਕੇ ਆਪਣੀ ਇਸਤਰੀ ਬਣਾਵਾਂਗਾ। ਫਿਰ ਪਾਰਬਤੀ ਕਹਿਣ ਲੱਗੀ ਕਿ ਇਹ ਮੂਰਖ ਦੈਂਤ, ਤੂੰ ਇਸ ਕਮਲੇ ਤੋਂ ਕੀ ਵਰ ਲੈ ਬੈਠਾ ਹੈ? ਇਹ ਸਭ ਝੂਠ ਹੈ। ਇਸ ਨੂੰ ਪਹਿਲਾਂ ਪਰਖ ਕੇ ਤਾਂ ਵੇਖ ਲੈ। ਪਹਿਲਾਂ ਆਪਣੇ ਸਿਰ ਉੱਤੇ ਹੱਥ ਰੱਖ, ਜਦੋਂ ਇੱਕ ਅੱਧ ਵਾਲ ਸੜਨ ਲੱਗੇ ਉਦੋਂ ਹੱਥ ਚੁੱਕ ਲੈਣਾ ਅਤੇ ਫਿਰ ਆਪਣਾ ਹੱਥ ਸ਼ਿਵ ਜੀ ਦੇ ਸਿਰ ਉੱਤੇ ਰੱਖਣਾ ਅਤੇ ਮੈਨੂੰ ਆਪਣੀ ਇਸਤਰੀ ਬਣਾ ਲੈਣਾ। ਜਦੋਂ ਦੈਂਤ ਨੇ ਇਹ ਗੱਲ ਸੁਣੀ ਤਾਂ ਆਪਣੇ ਸਿਰ ਉੱਤੇ ਹੱਥ ਧਰਿਆ, ਛਿਣ ਵਿੱਚ ਹੀ ਮੂਰਖ ਸੜ ਗਿਆ ਅਤੇ ਇਸ ਤਰ੍ਹਾਂ ਪਾਰਬਤੀ ਨੇ ਸ਼ਿਵ ਜੀ ਦਾ ਸਾਰਾ ਦੁੱਖ ਦੂਰ ਕਰ ਦਿੱਤਾ। ਸੋ ਇਹ ਸਾਰਾ ਪ੍ਰਸੰਗ ਜੋ ਹੈ ਦਸਮ ਦੀ ਬਾਣੀ ਭਾਵ ਦਸਮ ਗ੍ਰੰਥ ਵਿੱਚ ਚਰਿੱਤਰ 141 42 ਸੋ ਇਹਦੇ ਵਿੱਚ ਅੰਕਿਤ ਹੈ। ਗੁਰ ਕਾ ਸ਼ਬਦ ਨ ਚੀਨਹੀ ਤਤ ਸਾਰ ਨਿਰੰਤਰ। ਇਹ ਭੇਖੀ ਲੋਕ ਸੱਚੇ ਸਤਿਗੁਰਾਂ ਦਾ ਸ਼ਬਦ ਉਪਦੇਸ਼ ਨਹੀਂ ਚੀਨਈ, ਨਹੀਂ ਜਾਣਦੇ ਅਤੇ ਨਾ ਹੀ ਸ੍ਰੇਸ਼ਟ ਤੇ ਤਤ ਸਿਧਾਂਤ ਰੂਪ ਕਰਤਾਰ ਨੂੰ ਜੋ ਨਿਰੰਤਰ ਨਿਰਅੰਤਰ ਅੰਤਰੇ ਤੋਂ ਰਹਿਤ ਹੈ ਉਸ ਨੂੰ ਜਾਣਦੇ, ਨਾ ਹੀ ਸ੍ਰੇਸ਼ਟ ਸਾਰੰਸ਼ ਜੋ ਗਿਆਨ ਸਰੂਪ ਨਿਰੰਤਰ ਇੱਕ ਰਸ ਹੈ ਉਸ ਪਰਮੇਸ਼ਰ ਨੂੰ ਜਾਣਿਆ। ਪੰਡਤ ਪਾਦੇ ਜੋਏ ਸੀ ਨਿਤ ਪੜ੍ਹੈ ਪੁਰਾਣਾ। ਪੰਡਿਤ ਵਿਦਵਾਨ ਪਾਦੇ ਪੜ੍ਹਾਉਣ ਵਾਲੇ ਅਤੇ ਜੋਇਸ਼ੀ ਜੋਤਸ਼ੀ ਆਦਿਕ ਨਿਤਾ ਪ੍ਰਤੀ ਭਵਿੱਖਤ ਪੁਰਾਣ ਅਤੇ ਅਨੇਕਾਂ ਗ੍ਰੰਥਾਂ ਨੂੰ ਪੜ੍ਹਦੇ ਰਹਿੰਦੇ ਹਨ। ਅੰਤਰ ਵਸਤ ਨ ਜਾਣਈ ਘਟ ਬ੍ਰਹਮ ਲੁਕਾਣਾ। ਪਰੰਤੂ ਬ੍ਰਹਮ ਵਿਆਪਕ ਪਰਮੇਸ਼ਰ ਹਿਰਦੇ ਵਿੱਚ ਲੁਕਿਆ ਹੋਇਆ ਹੈ। ਉਸ ਆਤਮਾ ਆਨੰਦ ਰੂਪੀ ਵਸਤੂ ਨੂੰ ਦੇਣ ਵਾਲੇ ਪਰਮੇਸ਼ਰ ਤਾਈਂ ਹਿਰਦੇ ਵਿੱਚ ਉੱਕਾ ਹੀ ਨਹੀਂ ਜਾਣਦੇ। ਇੱਕ ਤਪਸੀ ਬਨ ਮਹਿ ਤਪ ਕਰਹਿ ਨਿਤ ਤੀਰਥ ਵਾਸਾ। ਇੱਕ ਤਪਸਵੀ ਲੋਕ ਬਨ ਜੰਗਲ ਵਿੱਚ ਬਾਣ ਪ੍ਰਸਤੀ ਬਣ ਕੇ ਤਪੱਸਿਆ ਕਰਦੇ ਹਨ। ਇੱਕ ਨਿਤਾ ਪ੍ਰਤੀ ਤੀਰਥਾਂ ਪਰ ਹੀ ਵਾਸਾ ਨਿਵਾਸ ਰੱਖਦੇ ਹਨ। ਆਪ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ। ਉਹ ਆਪਣੇ ਆਤਮਿਕ ਸਰੂਪ ਨੂੰ ਨਹੀਂ ਜਾਣਦੇ। ਜੇ ਕੋਈ ਉਹਨਾਂ ਨੂੰ ਆ ਕੇ ਕਹੇ ਕਿ ਸਾਨੂੰ ਉਪਦੇਸ਼ ਦਿਓ ਤਾਂ ਉਸ ਵੇਲੇ ਤਾਮਸੀ ਤਮੋ ਗੁਣੀ ਸੁਭਾਅ ਧਾਰਨ ਕਰ ਲੈਂਦੇ। ਉਹ ਘਰ-ਬਾਰ ਛੱਡ ਕੇ ਕਾਹੇ ਕਿਸ ਵਾਸਤੇ ਉਦਾਸੀ ਹੋਏ ਹਨ, ਭਾਵ ਉਹਨਾਂ ਦੀ ਉਦਾਸੀਨਤਾ ਦਿਖਾਉਣੀ ਬੇਅਰਥ ਹੈ। ਇੱਕ ਬਿੰਦ ਯਤਨ ਕਰ ਰਾਖਦੇ ਸੇ ਜਤੀ ਕਹਾਵੈ ਹੈ। ਇੱਕ ਪੁਰਸ਼ ਬੜੇ ਯਤਨ ਤਰੀਕੇ ਕਰਕੇ ਬਿੰਦ ਕਹੀਏ ਅੰਸ਼ ਵੀਰਜ ਨੂੰ ਰੋਕ ਕੇ ਰੱਖਦੇ ਸਾਂਭਦੇ ਆ। ਉਹ ਆਪਣੇ ਆਪ ਨੂੰ ਜਤੀ ਬ੍ਰਹਮਚਾਰੀ ਕਹਾਉਂਦੇ, ਪਰ ਅੰਦਰੋਂ ਸੰਕਲਪ ਨਹੀਂ ਮਰੇ। ਪਾਤਸ਼ਾਹ ਦਾ ਪਾਵਨ ਵਾਕ ਹੈ, ਜਤੀ ਸਦਾਵੈ ਹੈ ਜੁਗਤ ਨ ਜਾਣੈ ਹੈ ਛੱਡ ਬਹਿ ਹੈ ਘਰ ਬਾਰ। ਇਸ ਤਰ੍ਹਾਂ ਜਤੀ ਕਹਾ ਕੇ ਮੁਕਤ ਨਹੀਂ ਹੋ ਸਕਦੇ,
ਖੁਸਰੇ ਦੀ ਜੂਨ ਨੂੰ ਪ੍ਰਾਪਤ ਹੋ ਜਾਣਗੇ। ਹੋਰ ਕੀ ਹੋ ਜਾਵੇਗਾ? ਜੇ ਇਤਨਾ ਹੀ ਹੋਵੇ ਤਾਂ ਖੁਸਰਿਆਂ ਨੇ ਕਿਉਂ ਨਹੀਂ ਕੇਵਲ ਮੁਕਤੀ ਨੂੰ ਪਾਇਆ। ਸੋ ਪਾਵਨ ਵਾਕ ਹੈ, ਬਿੰਦ ਰਾਖ ਜਾਓ ਤਰੀਐ ਭਾਈ, ਖੁਸਰੈ ਕਿਉਂ ਨਾ ਪਰਮਗਤ ਪਾਈ। ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਵਾਕ ਹੈ। ਪਾਵਨ ਬਾਣੀ ਦਸਮ ਦੀ ਅਕਾਲ ਉਸਤਤ ਦੇ ਵਿੱਚ ਪਾਤਸ਼ਾਹ ਤਵੈ ਪ੍ਰਸਾਦ ਕਬਿਤ ਵਿੱਚ ਫਰਮਾਉਂਦੇ ਹਨ, ਖੂਕ ਮਲ ਹਾਰੀ ਗਜ ਗਦ ਹਾ ਬਿਭੂਪ ਧਾਰੀ, ਗਿਦੂਆ ਮਸਾਨ ਬਾਸ ਕਰਿਓਈ ਕਰਤ ਹੈ। ਘੁੱਗੂ ਮਟ ਬਾਸੀ ਲੱਗੇ ਡੋਲਤ ਉਦਾਸੀ ਮ੍ਰਿਗ, ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਬਿੰਦ ਕੇ ਸਦਈਆ ਤਾਹੇ ਹੀਜ ਕੀ ਬੜਈਆ, ਦੇਤ ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ, ਏਕ ਗਿਆਨ ਕੇ ਬਹੀਨ ਸ਼ੀਨ ਕੈਸੇ ਕਹਿ ਤਰਤ ਹੈ। ਬਿਨ ਗੁਰ ਸ਼ਬਦ ਨ ਛੁਟਹਿ, ਭ੍ਰਮ ਆਵਹਿ ਜਾਵਹਿ। ਸਤਿਗੁਰਾਂ ਦੇ ਸ਼ਬਦ ਉਪਦੇਸ਼ ਤੋਂ ਬਗੈਰ ਜਮਾਂ ਤੋਂ ਛੁਟਕਾਰਾ ਨਹੀਂ ਹੋਣਾ, ਭਾਵ ਮੁਕਤੀ ਪ੍ਰਾਪਤ ਨਹੀਂ ਹੋਣੀ। 84 ਲੱਖ ਜੂਨਾਂ ਦੇ ਵਿੱਚ ਹੀ ਭਰਮਦੇ ਹੋਏ ਆਵਹਿ ਜਾਵਹਿ ਆਉਣਾ ਜਾਣਾ ਬਣਿਆ ਰਹਿਣਾ, ਜਿਵੇਂ ਹੱਡ ਦੀਆਂ ਟਿੰਡਾਂ ਭਰਮਦੀਆਂ ਰਹਿੰਦੀਆਂ। ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ। ਇਹਨਾਂ ਸਾਰਿਆਂ ਨਾਲੋਂ ਤਾਂ ਇੱਕ ਗਿਰਹੀ ਗ੍ਰਸਤੀ ਚੰਗੇ ਆ, ਜਿਹੜੇ ਦਾਸਾ ਭਾਵ ਧਾਰ ਕੇ ਸੰਗਤ ਦੀ ਸੇਵਾ ਅਤੇ ਸਾਧਕਾ ਸਾਧਨ ਕਰਨ ਵਾਲੇ ਭਾਵ ਬੰਦਗੀ ਕਰਨ ਵਾਲੇ ਹਨ, ਜੋ ਗਰੀਬੀ ਧਾਰ ਕੇ ਗੁਰਾਂ ਦੀ ਸਿੱਖਿਆ ਵਿੱਚ ਲੱਗੇ ਹੋਏ ਆ। ਨਾਮਦਾਨ ਇਸਨਾਨ ਦ੍ਰਿੜ ਹਰ ਭਗਤ ਸੁਜਾਗੇ, ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਦੇ ਹਨ, ਧਰਮ ਦੀ ਕਿਰਤ ਕਰਕੇ ਵੰਡ ਕੇ ਖਾਂਦੇ ਹਨ, ਦਾਨ ਦਿੰਦੇ ਹਨ, ਜਿਹੜੇ ਇਹਨਾਂ ਕਰਮਾਂ ਨੂੰ ਪੱਕੀ ਤਰ੍ਹਾਂ ਗ੍ਰਹਿਣ ਕਰਦੇ, ਉਹ ਵਾਹਿਗੁਰੂ ਦੀ ਭਗਤੀ ਵਿੱਚ ਜਾਗ ਪਏ ਹਨ। ਭਗਤੀ ਕਰਕੇ ਗਿਆਨ ਅਵਸਥਾ ਵਿੱਚ ਜਾਗ ਪਏ ਹਨ। ਗੁਰ ਤੇ ਦਰ ਘਰ ਜਾਣੀਐ, ਸੋ ਜਾਇ ਸਿਆਣੈ। ਉਹ ਗੁਰੂ ਦੇ ਦੁਆਰਾ ਸਰੀਰ ਵਿੱਚ ਗਿਆਨ ਰੂਪੀ ਦਰ ਦਰਵਾਜ਼ੇ ਨੂੰ ਜਾਣ ਲੈਂਦੇ ਹਨ। ਗੁਰਾਂ ਦੀ ਦਰ ਸਤਸੰਗਤ ਦੁਆਰਾ ਸਰੂਪ ਰੂਪੀ ਘਰ ਨੂੰ ਜਾਣ ਲੈਣਾ ਕਰਦੇ ਹਨ। ਉਹ ਹੀ ਦਰਗਾਹ ਵਿੱਚ ਜਾ ਕੇ ਸਿਆਣੇ ਪਹਿਚਾਣੇ ਜਾਂਦੇ ਹਨ ਕਿ ਇਹ ਮੁਕਤ ਪੁਰਖ ਹਨ। ਉਹ ਹੀ ਸੱਚਖੰਡ ਰੂਪੀ ਸਰੂਪ ਨੂੰ ਸਿਆਣੇ ਪਹਿਚਾਣ ਲੈਣਗੇ। ਨਾਨਕ ਨਾਮ ਨ ਵੀਸਰੈ, ਸਾਚੇ ਮਨ ਮਾਨੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਦਾ ਨਾਮ ਕਦੇ ਵੀ ਭੁੱਲਦਾ ਨਹੀਂ, ਉਹ ਸੱਚੇ ਨਾਮ ਨੂੰ ਮਨ ਅੰਤਿਸ਼ ਕਰਨ ਵਿੱਚ ਮੰਨਣੇ ਕਰਕੇ ਸਰੂਪ ਦੀ ਪ੍ਰਾਪਤੀ ਵਾਲੇ ਹੋਏ ਹਨ। ਜਿਨ੍ਹਾਂ ਦਾ ਮਨ ਸੱਚੇ ਦੇ ਮੰਨਣ ਵਿੱਚ ਲੱਗਾ ਹੋਇਆ, ਉਹਨਾਂ ਨੂੰ ਨਾਮ ਨਹੀਂ ਭੁੱਲਦਾ। ਸ਼੍ਰੋਮਣੀ ਗੁਰਾਂ ਦੇ ਵਾਹਿਗੁਰੂ ਮੰਤਰ ਕਰਕੇ ਉਹਨਾਂ ਦਾ ਮਨ ਸੱਚ ਸਰੂਪ ਵਿੱਚ ਮੰਨ ਜਾਂਦਾ ਹੈ। ਜੈਸਾ ਕਿ ਭਗਤ ਕਬੀਰ ਸਾਹਿਬ ਫਰਮਾਉਂਦੇ ਨੇ, ਕਹਿ ਕਬੀਰ ਮਨ ਮਾਨਿਆ ਤਉ ਹਰ ਜਾਣਿਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।